ਜਦੋਂ ਅਸੀਂ ਇਲੈਕਸ਼ਨ ਲੜਦੇ ਹੁੰਦੇ ਆ ਨਾ ਉਦੋਂ ਸਾਨੂੰ ਕੈਂਡੀਡੇਟ ਬਤੌਰ ਕੈਂਡੀਡੇਟ ਸਾਡਾ ਸਿਰਫ ਤੇ ਸਿਰਫ ਧਿਆਨ ਜਿਹੜਾ ਹੁੰਦਾ ਵਾ ਉਹ ਜਿਹੜਾ ਸਾਡਾ ਵੋਟਰ ਹੈ ਉਹਦੇ ਤੇ ਹੁੰਦਾ। ਜਦੋਂ ਮੈਂ ਇਲੈਕਸ਼ਨ ਕਰਵਾ ਰਿਹਾ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਇੱਕ ਰਿਟਰਨਿੰਗ ਆਫਸਰ ਜਿਹੜੇ ਹੁੰਦੇ ਆ ਪ੍ਰੈਜ਼ਾਈਡਿੰਗ ਆਫਸਰ ਕਿੰਨਾ ਕੁ ਪ੍ਰੈਸ਼ਰ ਹੁੰਦਾ ਉਹਨਾਂ ਤੇ ਜਿੱਥੇ ਵੋਟਰ ਦਾ ਪ੍ਰੈਸ਼ਰ ਹੁੰਦਾ ਵਾ ਵੋਟਰ ਦਾ ਤੁਸੀਂ ਧਿਆਨ ਦੇਣਾ ਹੁੰਦਾ ਵਾ ਉਸ ਤੋਂ ਇਲਾਵਾ ਜਿਹੜੇ ਕੈਂਡੀਡੇਟਸ ਇਲੈਕਸ਼ਨ ਲੜਦੇ ਹੁੰਦੇ ਆ ਉਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ। ਤੁਸੀਂ ਉਹਨਾਂ ਨਾਲ ਫੇਅਰਨੈਸ ਹੋਣੀ ਚਾਹੀਦੀ ਹੈ। ਫਿਰ ਜਿਹੜੇ ਇਲੈਕਸ਼ਨ ਹੈਗਾ ਉਹ 'ਚ ਕੋਈ ਘਪਲਾ ਨਹੀਂ ਹੋਣਾ ਚਾਹੀਦਾ। ਫਿਰ ਤੁਸੀਂ ਜਿਹੜਾ ਹੈਗਾ ਡਿਟੈਕਟ ਕਰਨਾ ਹੈ ਕਿ ਬੋਗਸ ਵੋਟਿੰਗ ਨਹੀਂ ਹੋਣੀ ਚਾਹੀਦੀ। ਫਿਰ ਤੁਹਾਡਾ ਜਿਹੜਾ ਸਟਾਫ ਹੈਗਾ ਉਹਦਾ ਧਿਆਨ ਦੇਣਾ ਪੈਂਦਾ। ਫਿਰ ਜਿਹੜਾ ਸਿਕਿਉਰਿਟੀ ਸਿਸਟਮ ਦਾ ਧਿਆਨ ਦੇਣਾ ਪੈਂਦਾ ਹੈਗਾ। ਇੱਥੇ ਸਟਾਫ ਲਿਮਟਿਡ ਰਿਸੋਰਸਿਸ ਲਿਮਟਿਡ ਸੀ ਅਤੇ ਲਿਮਟਿਡ ਰਿਸੋਰਸਿਸ ਦੇ ਵਿੱਚ ਵੀ ਜਿਵੇਂ ਲਾਸਟ ਟਾਈਮ ਅਸੀਂ 1,75,000 ਖਰਚਾ ਆਇਆ ਸੀਗਾ ਅਤੇ ਇਸ ਵਾਰੀ ਅਸੀਂ ਅੰਦਰਲੇ ਬਾਹਰਲੇ ਟੈਂਟ ਸਾਰੇ ਮਿਲਾ ਕੇ ਸਾਡਾ ਸਿਕਿਉਰਿਟੀ ਸਿਸਟਮ ਲੈ ਕੇ ਬਾਅਦ 1.5 ਲੱਖ ਤੋਂ ਥੋੜ੍ਹਾ ਖਰਚਾ ਸਾਡਾ 1.25 ਲੱਖ 1.5 ਲੱਖ ਦੇ ਵਿੱਚ ਆਇਆ ਹੈਗਾ। ਥੋੜ੍ਹੇ ਦਿਨ ਪਹਿਲੇ AGM ਦੀ ਮੀਟਿੰਗ ਦੇ ਵਿੱਚ ਕੋਈ ਲੜਾਈ ਝਗੜਾ ਹੋ ਗਿਆ FIR ਕਰਾਤੀ ਗਈ ਸੀਗੀ ਅਤੇ ਉਹਦੀ ਟੈਨਸ਼ਨ ਬਹੁਤ ਜ਼ਿਆਦਾ ਸੀ। ਇੱਕ ਵਾਰ ਨਾ 2012 ਦੇ ਵਿੱਚ ਇਲੈਕਸ਼ਨ ਦੇ ਵਿੱਚ 11 ਇਲੈਕਸ਼ਨ 'ਚ ਮੈਂ ਇੱਕ ਵੋਟ 'ਤੇ ਹਾਰਿਆ ਸੀਗਾ। ਮਿਸਟਰ ਅਸ਼ੋਕ ਮਿੱਤਲ ਪ੍ਰੈਜ਼ੀਡੈਂਟ ਬਣੇ ਸੀ। ਆਈ ਲੋਸਟ ਬਾਈ 1 ਵੋਟ। ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਹਾਰ ਗਿਆ ਅਤੇ ਮਿਸਟਰ ਮਿੱਤਲ ਦੇ ਢੋਲ ਢੂਲ ਵੱਜਣ ਲੱਗ ਪਏ ਅਤੇ ਸਾਰਾ ਸਾਡਾ ਲਾਇਰ ਕਮਿਊਨਿਟੀ ਉੱਧਰ ਉਹ ਬੈਠ ਕਰ ਰਹੀ ਸੀਗੀ। ਮੈਂ ਵੇਟ ਕਰਦਾ ਰਿਹਾ ਜਦ ਤੱਕ ਮਿਸਟਰ ਅਸ਼ੋਕ ਮਿੱਤਲ ਆਪਣੇ ਸਾਈਨ ਕਰਕੇ ਬਾਹਰ ਨਹੀਂ ਨਿਕਲੇ ਹੈਗੇ। ਬਾਹਰ ਨਿਕਲੇ ਹੈਗੇ ਤਾਂ ਅਸੀਂ ਦੋਨਾਂ ਨੇ ਜੱਫੀ ਪਾਈ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਕੈਂਡੀਡੇਟਸ ਨੇ ਸਾਰੇ ਬੰਦਿਆਂ ਦਾ ਫੇਸ ਬਾਹਰ ਦੇਖ ਕੇ ਨਹੀਂ ਕਿਹਾ ਕਿ ਬੋਗਸ ਵੋਟਿੰਗ ਹੋਈ ਹੈ। ਉਸ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਅਗਰ ਹਾਰੇ ਹੋਏ ਕੈਂਡੀਡੇਟ ਕਹਿ ਦੇਣ ਬੋਗਸ ਵੋਟਿੰਗ ਹੋਈ ਹੈ ਤਾਂ ਦੇਖੋ ਇੱਕ ਨਹੀਂ ਦੋ ਨਹੀਂ 150 200 ਠੀਕ ਹੈ ਨਾ। ਚੜ੍ਹਦਾ ਸੂਰਜ ਨਹੀਂ ਦੇਖਦਾ ਹੁੰਦਾ ਤੁਹਾਨੂੰ ਬਦਲਾਂ ਵਿੱਚ ਸੂਰਜ ਕੀ ਦਿਖਣਾ ਹੈਗਾ ਜਿਹੜਾ ਕਹਿੰਦੇ ਆ ਕਿ ਵੈਸੇ ਤਾਂ ਕਿਹਾ ਜਾਂਦਾ ਹੈਗਾ ਤੁਸੀਂ ਕਹਿ ਰਹੇ ਹੋ ਉਮੀਦ ਦੀ ਕਿਰਨ ਕੀ ਦਿਖਣੀ। ਮੈਨੂੰ ਉਹਨਾਂ ਮੈਨੂੰ ਸਾਈਕਲ ਯੂਨਾਈਟਿਡ ਸਾਈਕਲ ਪਾਰਟ ਵਾਲੇ ਜਿਹੜੇ ਹੈਗੇ ਆ ਉਹ ਨੈਗੇਟਿਵ ਸੁਸਾਇਟੀ ਹੈ। ਨਹੀਂ ਨੋਟ ਐਜ਼ ਅ ਹੋਲ ਨੋਟ ਐਜ਼ ਅ ਹੋਲ। जन हितैषी जन जन की बात जन हितैषी के साथ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहा तो अज का जिहड़ा साडा टॉपिक है वो एक खास मुलाकात विद एडिशनल जिहड़े एडवोकेट जनरल रहे है साडे परोपकार सिंह घुम्मन जी। इन्हां नाल खास मुलाकात अज इस टॉपिक ते कि ये इस वारी इन्होंने UCPMA ਦੇ ਉਹ ਇਲੈਕਸ਼ਨ ਕਰਾਏ ਜਿਹੜੇ ਕਿ ਸਭ ਤੋਂ ਟਫ ਕਹੇ ਜਾਂਦੇ ਸੀ ਔਰ ਜਿੱਥੇ ਲਈ ਹਮੇਸ਼ਾ ਇਹ ਕਿਹਾ ਜਾਂਦਾ ਸੀਗਾ ਕਿ ਇੱਥੇ ਕੋਈ ਨਾ ਕੋਈ ਝਗੜਾ ਹੁੰਦਾ ਜਾਂ ਕੁਝ ਹੁੰਦਾ। ਸੋ ਇਹਨਾਂ ਨੇ ਬੜੇ ਸ਼ਾਂਤੀਮਈ ਢੰਗ ਨਾਲ ਇਲੈਕਸ਼ਨ ਤਾਂ ਕਰਾਏ। ਸੋ ਇਹਨਾਂ ਤੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਇਹ ਉਹ ਸ਼ਖਸ ਹੈ ਅੱਜ ਜਿਹੜੇ ਬਹੁਤ ਸਾਰੀ ਵਾਰੀ ਇਲੈਕਸ਼ਨ ਲੜੇ ਵੀ ਹੈ ਅਤੇ ਹੁਣ ਇਹਨਾਂ ਨੂੰ ਇੱਕ ਹੋਰ ਹੋ ਗਿਆ ਕਿ ਇਹਨਾਂ ਨੇ ਇਲੈਕਸ਼ਨ ਲੜਵਾਏ ਵੀ ਹੈ। ਸੋ ਸਾਰਿਆਂ 'ਚ ਇਹਨਾਂ ਦਾ ਇੱਕ ਅਨੁਭਵ ਇੱਕ ਐਕਸਪੀਰੀਅੰਸ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਮ ਜਨਤਾ ਨੂੰ ਪਤਾ ਲੱਗੇ ਇਲੈਕਸ਼ਨ ਦਾ ਕਰਾਉਣਾ ਔਰ ਲੜਨਾ 'ਚ ਕਿੱਦਾਂ ਦਾ ਮਾਹੌਲ ਹੁੰਦਾ ਕੀ ਸੋਚਾਂ ਆਉਂਦੀਆਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸੰਦੀਪ ਜੀ। ਸੰਦੀਪ ਜੀ ਬੜਾ ਤੁਹਾਡੀ ਹੱਸੀ ਨੇ ਸਭ ਕੁਝ ਕਹਿ ਦਿੱਤਾ ਵੈਸੇ ਬੜਾ ਨਾ ਤੁਸੀਂ ਟੀਡੀਐਸ ਕੁਐਸਚਨ ਪੁੱਟ ਕਰ ਲਿਆ। ਸੱਚੀ ਗੱਲ ਦੱਸਾਂ ਇਟਸ ਨਾਟ ਅ ਈਜ਼ੀ ਜੌਬ। ਜਦੋਂ ਅਸੀਂ ਇਲੈਕਸ਼ਨ ਲੜਦੇ ਹੁੰਦੇ ਆ ਨਾ ਉਦੋਂ ਸਾਨੂੰ ਕੈਂਡੀਡੇਟ ਬਤੌਰ ਕੈਂਡੀਡੇਟ ਸਾਡਾ ਸਿਰਫ ਤੇ ਸਿਰਫ ਧਿਆਨ ਜਿਹੜਾ ਹੁੰਦਾ ਵਾ ਉਹ ਜਿਹੜਾ ਸਾਡਾ ਵੋਟਰ ਹੈ ਉਹਦੇ ਤੇ ਹੁੰਦਾ ਜੀ ਕਿ ਅਸੀਂ ਵੋਟਰ ਨੂੰ ਕਨਵਿੰਸ ਕਰਨਾ ਕਿ ਸਾਨੂੰ ਵੋਟ ਪਾਈ ਜਾਵੇ ਔਰ ਸਾਡੇ ਮੈਰਿਟ ਡੀਮੈਰਿਟ ਦਿਖਣੇ ਆ। ਜਦੋਂ ਮੈਂ ਇਲੈਕਸ਼ਨ ਕਰਵਾ ਰਿਹਾ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਇੱਕ ਰਿਟਰਨਿੰਗ ਆਫਸਰ ਜਿਹੜੇ ਹੁੰਦੇ ਆ ਪ੍ਰੈਜ਼ਾਈਡਿੰਗ ਆਫਸਰ ਕਿੰਨਾ ਕੁ ਪ੍ਰੈਸ਼ਰ ਹੁੰਦਾ ਉਹਨਾਂ 'ਤੇ ਜਿੱਥੇ ਵੋਟਰ ਦਾ ਪ੍ਰੈਸ਼ਰ ਹੁੰਦਾ ਵਾ ਵੋਟਰ ਦਾ ਤੁਸੀਂ ਧਿਆਨ ਦੇਣਾ ਹੁੰਦਾ ਵਾ ਉਸ ਤੋਂ ਇਲਾਵਾ ਜਿਹੜੇ ਕੈਂਡੀਡੇਟਸ ਇਲੈਕਸ਼ਨ ਲੜਦੇ ਹੁੰਦੇ ਆ ਉਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ। ਤੁਸੀਂ ਉਹਨਾਂ ਨਾਲ ਫੇਅਰਨੈਸ ਹੋਣੀ ਚਾਹੀਦੀ ਹੈ। ਫਿਰ ਜਿਹੜੇ ਇਲੈਕਸ਼ਨ ਹੈਗੇ ਉਹ 'ਚ ਕੋਈ ਘਪਲਾ ਨਹੀਂ ਹੋਣਾ ਚਾਹੀਦਾ। ਫਿਰ ਤੁਸੀਂ ਜਿਹੜਾ ਹੈਗਾ ਡਿਟੈਕਟ ਕਰਨਾ ਹੈ ਕਿ ਬੋਗਸ ਵੋਟਿੰਗ ਨਹੀਂ ਹੋਣੀ ਚਾਹੀਦੀ। ਫਿਰ ਤੁਹਾਡਾ ਜਿਹੜਾ ਸਟਾਫ ਹੈਗਾ ਉਹਦਾ ਧਿਆਨ ਦੇਣਾ ਪੈਂਦਾ। ਫਿਰ ਜਿਹੜਾ ਸਿਕਿਉਰਿਟੀ ਸਿਸਟਮ ਦਾ ਧਿਆਨ ਦੇਣਾ ਪੈਂਦਾ ਹੈਗਾ। ਫਿਰ ਹਰ ਇੱਕ ਦੇ ਫੂਡ ਦੀ ਉਹਨਾਂ ਜਿਹੜੀ ਪੂਰਾ ਦਿਨ ਕਿਉਂਕਿ ਰਹਿਣਾ ਹੈਗਾ ਉਹਦੇ ਲਾਈਕ ਜਿੰਨਾ ਵੀ ਉਹ ਜ਼ਰੂਰਤਾਂ ਹੈਗੀਆਂ ਨੇ ਉਹ ਦੇਖਣੀਆਂ ਪੈਂਦੀਆਂ। ਉਹ ਚੀਜ਼ਾਂ ਦਾ ਇੱਕ ਧਿਆਨ ਦੇਣਾ ਔਰ ਉਹਨੂੰ ਇੱਕ ਕਰਨਾ ਲਾਈਕ ਮੈਨੇਜ ਕਰਨਾ ਬਹੁਤ ਡਿਫਿਕਲਟ ਕੰਮ ਹੈਗਾ। ਪਰ ਅਸੀਂ ਐਜ਼ ਅ ਟੀਮ
ਮੈਂ ਸੀ, ਕੁਲਾਰ ਸਾਹਿਬ ਸੀ, ਬੈਨੀਪਾਲ ਸੀ, ਮਨਤਾਰਨ ਘੁੰਮਣ ਸੀ, ਮਨਪ੍ਰੀਤ ਸਿੰਘ ਸੀ, ਅਮਨ ਸੀ, ਰਜੁਲ ਬਰਾੜ ਸੀ, ਦੈਨ ਸਾਡੇ ਨਾਲ ਮਿਸਟਰ ਜਤਿੰਦਰਪਾਲ ਸਿੰਘ ਸੀ, ਹੋਰ ਸਾਡੇ ਨਾਲ ਟੀਮ ਸੀ, ਮੁਕਤਾ ਮੈਡਮ ਸੀ, ਮੈਡਮ ਕਿਆ ਨਾਮ ਹੈ, ਸਰਬਜੀਤ ਕੌਰ ਸੀ, ਦੈਨ ਵਰੁਣ ਗੁਪਤਾ ਸੀ। ਇਹ ਜਿਹੜੀ ਸਾਡੇ ਦੋ ਸਪੈਸ਼ਲ ਮੁੰਡੇ ਟੀਮ ਦੇ ਵਿੱਚ ਆਏ ਹੋਏ ਸੀਗੇ, ਮਿਸਟਰ ਰਾਹੁਲ ਐਂਡ ਮਿਸਟਰ ਹਰਿੰਦਰ ਰੰਧਾਵਾ। ਇਹ ਬੰਦਾ ਨੇ ਇੱਕ ਦਿਨ ਪਹਿਲੇ ਕੀਤਾ ਮੌਕ ਡਰਿਲ ਕੀਤੀ ਔਰ ਉਸ ਤੋਂ ਬਾਅਦ ਤਿਆਰੀ ਕਰਾਈ ਸਾਰੀ। ਇੱਕ ਨਾ ਬਹੁਤ ਹੀ ਪ੍ਰੈਸ਼ਰ ਵਾਲਾ ਕੰਮ ਹੁੰਦਾ ਹੈ, ਕਿਉਂਕਿ ਰਾਤ ਨੂੰ 12 ਵਜੇ ਅਸੀਂ ਵੋਟਸ ਲੈ ਕੇ ਆ ਰਹੇ ਹਾਂ ਜੀ, ਸਵੇਰੇ 6 ਵਜੇ 7 ਵਜੇ ਅਸੀਂ ਪਹੁੰਚਣਾ, ਫਿਰ ਉਹਨਾਂ ਵੋਟਸ ਨੂੰ ਖੋਲ੍ਹਣਾ। ਇਹ ਚੀਜ਼ਾਂ ਜੋ ਕਰੀ ਆ ਫਸਟ ਟਾਈਮ ਮੈਂ ਕੀਤੀ ਹੈਗੀ ਇਲੈਕਸ਼ਨ ਦੇ ਵਿੱਚ, ਕਿਉਂਕਿ ਸਾਡੀ ਬਾਰ ਕੌਂਸਲ ਇਲੈਕਸ਼ਨਾਂ ਮੈਂ ਕਰਾਈਆਂ, ਉੱਥੇ ਥਿੰਗਸ ਆਰ ਡਿਫਰੈਂਟ ਕਿਉਂਕਿ ਉੱਥੇ ਸਾਡੇ ਕੋਲ ਸਟਾਫ ਬਹੁਤ ਮੈਸਿਵ ਹੁੰਦਾ ਜੀ। ਇੱਥੇ ਸਟਾਫ ਲਿਮਿਟਡ ਔਰ ਰਿਸੋਰਸਿਸ ਲਿਮਿਟਡ ਸੀਗੇ, ਅਤੇ ਲਿਮਿਟਡ ਰਿਸੋਰਸਿਸ ਦੇ ਵਿੱਚ ਵੀ ਜਿਵੇਂ ਲਾਸਟ ਟਾਈਮ ਅਸੀਂ 1,75,000 ਖਰਚਾ ਆਇਆ ਸੀਗਾ, ਅਤੇ ਇਸ ਵਾਰੀ ਅਸੀਂ ਅੰਦਰਲੇ ਬਾਹਰਲੇ ਟੈਂਟ ਸਾਰੇ ਮਿਲਾ ਕੇ ਸਾਡਾ ਸਿਕਿਉਰਿਟੀ ਸਿਸਟਮ ਲੈ ਕੇ ਬਾਅਦ 1.5 ਲੱਖ ਤੋਂ ਥੋੜ੍ਹਾ ਖਰਚਾ ਸਾਡਾ 1.25 ਲੱਖ 1.5 ਲੱਖ ਦੇ ਵਿੱਚ ਆਇਆ ਹੈਗਾ, ਜਦ ਕਿ 2 ਸਾਲ ਦੀ ਇਨਫਲੇਸ਼ਨ ਵੀ ਹੈਗੀ ਹੈ। ਪਰ ਇਹ ਤੋਂ ਵਧੀਆ ਅਨੁਭਵ ਨਹੀਂ ਹੋ ਸਕਦਾ, ਕਿਉਂਕਿ ਮੇਰੇ 'ਤੇ ਇੱਕ ਬਹੁਤ ਵੱਡਾ ਪ੍ਰੈਸ਼ਰ ਸੀਗਾ। ਥੋੜ੍ਹੇ ਦਿਨ ਪਹਿਲੇ AGM ਦੀ ਮੀਟਿੰਗ ਦੇ ਵਿੱਚ ਕੋਈ ਲੜਾਈ ਝਗੜਾ ਹੋ ਗਿਆ, FIR ਕਰਾਤੀ ਗਈ ਸੀਗੀ, ਅਤੇ ਉਹਦੀ ਟੈਨਸ਼ਨ ਬਹੁਤ ਜ਼ਿਆਦਾ ਸੀ। ਇਹਦੇ ਲਈ ਮੈਂ ਸਾਡੇ ਜਿਹੜੇ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਮਿਸਟਰ ਨੌਨਿਹਾਲ ਸਿੰਘ, ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਉਹਨਾਂ ਦੀ ਟੀਮ ਨੇ ਇੰਨਾ ਐਕਟਿਵਲੀ ਪਾਰਟੀਸਪੇਟ ਕਰਕੇ ਔਰ ਇੰਨੀ ਅੱਛੀ ਤਰ੍ਹਾਂ ਬਾਹਰ ਲਾਅ ਐਂਡ ਆਰਡਰ ਨੂੰ ਮੈਨੇਜ ਕੀਤਾ ਹੈਗਾ ਵੈ। ਇਟਸ ਬੀਨ ਅ ਗੁੱਡ ਵੈਰੀ ਗੁੱਡ ਐਕਸਪੀਰੀਅੰਸ ਆਈ ਐਮ ਟੈਲਿੰਗ। ਸਰ, ਜਿੱਦਾਂ ਤੁਸੀਂ ਜਦੋਂ ਇਲੈਕਸ਼ਨ ਲੜੇ ਹੋ ਖੁਦ ਤੇ ਅੱਜ ਇਲੈਕਸ਼ਨ ਲੜਾਏ ਹੈ, ਇਹਦੇ ਵਿੱਚ ਕੀ ਫ਼ਰਕ ਮਹਿਸੂਸ ਕਰਦੇ ਹੋ? ਹਾਲੇ ਤਾਂ ਸੰਦੀਪ ਜੀ, ਮੈਂ ਨਾ ਇੱਕ ਵਾਰ ਨਾ 2012 ਦੇ ਵਿੱਚ ਇਲੈਕਸ਼ਨ ਦੇ ਵਿੱਚ 11 ਇਲੈਕਸ਼ਨ 'ਚ ਮੈਂ ਇੱਕ ਵੋਟ 'ਤੇ ਹਾਰਿਆ ਸੀਗਾ। ਮਿਸਟਰ ਅਸ਼ੋਕ ਮਿੱਤਲ ਪ੍ਰੈਜ਼ੀਡੈਂਟ ਬਣੇ ਸੀ, ਆਈ ਲੋਸਟ ਬਾਈ 1 ਵੋਟ। ਓਕੇ। ਔਰ ਤੁਸੀਂ ਰੀਕਾਊਂਟਿੰਗ ਦੀ ਮੈਂ ਨਹੀਂ ਜੀ, ਮੈਂ ਰੀਕਾਊਂਟਿੰਗ ਨਹੀਂ ਕੀਤੀ ਹੈਗੀ। ਮੈਂ ਕਦੀ ਸਾਡੇ 'ਚ ਨਾ ਲਾਇਰਸ ਦੇ ਵਿੱਚ ਅਤੇ ਇੱਥੋਂ ਦੀ ਇੰਡਸਟਰੀ ਥੋੜ੍ਹਾ ਜਿਹਾ ਫ਼ਰਕ ਹੈਗਾ। ਅਸੀਂ ਨਾ ਡਿਸਿਪਲਿਨਡ ਬਹੁਤ ਹਾਂ ਸਾਡੇ ਲਾਇਰਸ, ਅਸੀਂ ਰੀਕਾਊਂਟਿੰਗ ਵਿੱਚ ਨਹੀਂ ਪੈਂਦੇ ਹੈਗੇ, ਅਸੀਂ ਰਿਜ਼ਲਟ ਨੂੰ ਨਾ ਹੱਸ ਕੇ ਲਈਦਾ ਹੈਗਾ। ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਹਾਰ ਗਿਆ ਅਤੇ ਮਿਸਟਰ ਮਿੱਤਲ ਦੇ ਢੋਲ ਢੋਲ ਵੱਜਣ ਲੱਗ ਪਏ, ਅਤੇ ਸਾਰਾ ਸਾਡਾ ਲਾਇਰ ਕਮਿਊਨਿਟੀ ਉੱਧਰ ਹੋ ਬੈਠ ਕਰ ਰਹੀ ਸੀਗੀ। ਮੈਂ ਵੇਟ ਕਰਦਾ ਰਿਹਾ ਜਦ ਤੱਕ ਮਿਸਟਰ ਅਸ਼ੋਕ ਮਿੱਤਲ ਆਪਣੇ ਸਾਈਨ ਕਰਕੇ ਬਾਹਰ ਨਹੀਂ ਨਿਕਲੇ ਹੈਗੇ। ਤਾਂ ਅਸੀਂ ਦੋਨਾਂ ਨੇ ਜੱਫੀ ਪਾਈ, ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ, ਔਰ ਮੈਂ ਉਹਨਾਂ ਨੂੰ ਕਿਹਾ, ਦੇਖੋ ਉਸ ਤੋਂ ਪਹਿਲੇ ਮੈਂ ਕਿਉਂਕਿ 2 ਵਾਰ ਪ੍ਰਧਾਨ ਰਹਿ ਚੁੱਕਾ ਸੀਗਾ, ਮੈਂ ਕਿਹਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਜਿੰਨੀ ਮੈਂ ਕਰ ਸਕਿਆ ਹੈਗਾ ਮੈਂ ਆਪਣੀ ਹਿੰਮਤ ਨਾਲ ਕੀਤੀ ਹੈਗੀ, ਹੁਣ ਤੁਸੀਂ ਇਹ ਤੋਂ ਬੈਟਰ ਕਰਕੇ ਦਿਖਾਓ, ਐਂਡ ਆਈ ਵਿਸ਼ ਯੂ ਆਲ ਦਾ ਬੈਸਟ। ਐਂਡ ਥਰੂ ਆਊਟ ਦਾ ਈਅਰ ਮਿੱਤਲ ਸਾਹਿਬ ਗਵਾਹ ਨੇ ਇਸ ਗੱਲ ਦੇ ਕਿ ਮੈਂ ਉਹਨਾਂ ਦੇ ਨਾਲ ਖੜ੍ਹ ਕੇ ਜਿੱਥੇ ਉਹਨਾਂ ਲੋੜ ਪਈ ਹੈਗੀ ਹੈ, ਅਸੀਂ ਪੂਰੀ ਉਹਨਾਂ ਦੀ ਮਦਦ ਕੀਤੀ ਹੈਗੀ ਹੈ। ਅਸੀਂ ਕਦੀ ਆਪਣੇ ਪ੍ਰੈਜ਼ਾਈਡਿੰਗ ਆਫਿਸਰ ਦੇ ਉੱਤੇ ਕਦੀ ਐਲੀਗੇਸ਼ਨ ਲਗਾਏ ਹੈਗੇ, ਨਾ ਹੀ ਅਸੀਂ ਕੋਈ ਇਲੈਕਸ਼ਨ ਪਟੀਸ਼ਨਸ ਫਾਈਲ ਕੀਤੀਆਂ। ਹਾਲਾਂਕਿ ਸਾਡੀ ਸਟੈਚੂਟਰੀ ਬੋਡੀ ਹੈ, ਐਡਵੋਕੇਟ ਕਾਰਡ ਥੱਲੇ ਸਾਡੀ ਸਟੈਚੂਟਰੀ ਬੋਡੀ ਹੈ, ਔਰ ਸਾਡੇ ਕੋਲ ਰਾਈਟ ਹੈ ਕਿ ਮੈਂ ਜਾ ਕੇ ਬਾਰ ਕੌਂਸਲ ਦੇ ਵਿੱਚ ਉਹਦੀ ਇਲੈਕਸ਼ਨ ਦੀ ਪਟੀਸ਼ਨ ਫਾਈਲ ਕਰਕੇ ਸਟੇ ਕਰਾ ਲੈਂਦਾ। ਤੁਹਾਨੂੰ ਤਾਂ ਵਕੀਲ ਦੀ ਫੀਸ ਵੀ ਨਹੀਂ ਪੈਂਦੀ, ਬੰਦਾ ਡਰਦਾ ਤਾਂ ਉੱਥੋਂ ਹੈ। ਅੱਛਾ, ਫਿਰ ਕਚਹਿਰੀਆਂ ਦੇ ਗੇੜਿਆਂ ਤੋਂ ਉਹ ਵੀ ਤੁਹਾਡੇ ਰੋਜ਼ ਲੱਗਣੇ? ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਉਹਦੇ ਬਾਵਜੂਦ ਨਾ ਇੱਕ ਡਿਸਪਲਿਨ ਹੁੰਦਾ, ਜਿਵੇਂ ਵਰਡ ਯੂਜ਼ ਕਰਦਾ ਨਾ ਤੁਸੀਂ, ਕਿਉਂਕਿ ਤੁਹਾਨੂੰ ਮੈਂ ਪਹਿਲੇ ਦੱਸਿਆ ਤੁਸੀਂ ਸਵੇਰੇ 8 ਵਜੇ ਤੁਸੀਂ ਆ ਗਏ ਸੀ ਉਸ ਦਿਨ ਇਲੈਕਸ਼ਨ ਵਾਲੇ ਦਿਨ ਫਰਾਈਡੇ ਨੂੰ, ਔਰ ਸ਼ਾਮ ਨੂੰ 11:30 ਗਏ ਉਹ ਰਾਤ ਨੂੰ, ਔਰ ਤੁਹਾਡੀ ਜਿਹੜੀ ਮਿਹਨਤ ਸਾਰੀ ਪ੍ਰੈਸ ਦੀ, ਔਰ ਮੇਰੇ ਹਿਸਾਬ ਨਾਲ ਹਾਲ ਦੇ ਅੰਦਰ ਤਕਰੀਬਨ ਸਾਡੇ ਜਿਹੜੇ 3 ਕੈਮਰੇ ਸਟੈਟਿਕ ਸੀਗੇ, ਔਰ ਇਸ ਤੋਂ ਇਲਾਵਾ ਸਾਡੇ 4 ਜਿਹੜੇ ਹੈਗੇ ਨੇ 4-5 ਸਾਡੇ ਕੈਮਰੇ ਹੈਗੇ ਦੂਜੇ CCTV ਕੈਮਰਾਸ, ਔਰ ਮੈਂ ਕਿਹਾ 15 ਕੈਮਰੇ ਜਿਹੜੇ ਹੈਗੇ ਸਾਡੇ ਪ੍ਰੈਸ ਦੇ ਚੱਲ ਰਹੇ ਸੀਗੇ। ਅਗਰ ਪ੍ਰੈਸ ਨੂੰ ਕੋਈ ਇੱਦਾਂ ਦੀ ਗੱਲ ਨਹੀਂ ਨਜ਼ਰ ਆਈ, ਔਰ ਅਗਰ ਸਟੈਟਿਕ ਕੈਮਰੇ ਜਿਹੜੇ ਹੈਗੇ ਆ ਉਹਦੀ ਬਾਹਰ ਵੀਡੀਓ ਚੱਲ ਰਹੀ ਸੀਗੀ, ਲਾਈਵ ਚੱਲ ਰਹੇ ਸੀਗੇ, ਕੈਂਡੀਡੇਟਸ ਨੇ ਸਾਨੂੰ ਉਦੋਂ ਕੋਈ ਓਬਜੈਕਟ ਨਹੀਂ ਕੀਤਾ, ਔਰ ਉਹਦੇ ਬਾਵਜੂਦ ਅਸੀਂ ਜਿਹੜੇ ਸਾਡਾ ਜਿੱਥੋਂ ਲਾਈਕ ਬੰਦੇ ਦੀ ਆਈਡੈਂਟੀਫਿਕੇਸ਼ਨ ਹੋ ਰਹੀ ਸੀ, GST ਨੰਬਰ ਪੋਰਟਲ ਦੇ ਉੱਤੇ ਚੈੱਕ ਹੋ ਰਿਹਾ ਸੀਗਾ, ਉਹਦੇ ਪਿੱਛੇ ਪੋਲਿੰਗ ਏਜੰਟ ਅਸੀਂ 2 ਬਿਠਾਏ ਸੀ, ਦੋਨੋਂ ਟੀਮ ਦੇ ਇੱਕ ਬਿਠਾਇਆ ਹੋਇਆ ਸੀਗਾ। ਜਦੋਂ ਪੋਲਿੰਗ ਏਜੰਟਸ ਨੇ ਕਹਿ ਤਾ ਕਿ ਇੱਥੇ ਸਰ ਕੋਈ ਬੋਗਸ ਵੋਟਿੰਗ ਨਹੀਂ ਹੋਈ, ਕੈਂਡੀਡੇਟਸ ਨੇ ਸਾਰੇ ਬੰਦਿਆਂ ਦਾ ਫੇਸ ਬਾਹਰ ਦੇਖ ਕੇ ਨਹੀਂ ਕਿਹਾ ਕਿ ਬੋਗਸ ਵੋਟਿੰਗ ਹੋਈ ਹੈ। ਉਸ ਤੋਂ ਬਾਅਦ ਰਿਜ਼ਲਟ ਆਉਣ ਤੋਂ ਬਾਅਦ ਅਗਰ ਹਾਰੇ ਹੋਏ ਕੈਂਡੀਡੇਟ ਕਹਿ ਦੇਣ ਬੋਗਸ ਵੋਟਿੰਗ ਹੋਈ ਹੈ, ਤਾਂ ਦੇਖੋ ਉਹ ਵੀ 1 ਨਹੀਂ 2 ਨਹੀਂ 150 200। ਹਾਂ ਮੈਨੂੰ ਰਿਵਾਰਡ ਮੰਨੋਗੇ ਜਾਂ ਕੀ ਮੰਨੋਗੇ? ਦੇਖੋ ਐਜ਼ ਅ ਸੋਸਾਇਟੀ ਆਈ ਵਿਲ ਫੀਲ ਅਸ਼ੇਮਡ। ਓਕੇ, ਮੈਨੂੰ ਬਹੁਤ ਸ਼ਰਮ ਆਉਂਦੀ ਹੈ ਕਿ ਜਿਹੜੇ ਬੰਦਿਆਂ ਨੂੰ ਅਗਰ
ਚੜ੍ਹਦਾ ਸੂਰਜ ਨਹੀਂ ਦਿਖਦਾ ਜੀ ਠੀਕ ਹੈ ਨਾ, ਚੜ੍ਹਦਾ ਸੂਰਜ ਨਹੀਂ ਦਿਖਦਾ ਹੁੰਦਾ, ਤੁਹਾਨੂੰ ਬਦਲਾਂ ਵਿੱਚ ਸੂਰਜ ਕੀ ਦਿਖਣਾ ਹੈਗਾ, ਜਿਹੜਾ ਕਹਿੰਦੇ ਆ ਕਿ ਵੈਸੇ ਤਾਂ ਕਿਹਾ ਜਾਂਦਾ ਹੈਗਾ। ਤੁਸੀਂ ਕਹਿ ਰਹੇ ਹੋ ਉਮੀਦ ਦੀ ਕਿਰਨ ਕੀ ਦਿਖਣੀ ਹੈ, ਨਹੀਂ ਦਿਖਣੀ, ਤਾਂ ਉਮੀਦ ਦੀ ਕਿਰਨ ਹੁੰਦੀ ਹੈ ਜੀ, ਉਹੀ ਨਹੀਂ ਦਿਖਣੀ ਚੜ੍ਹਦਾ ਸੂਰਜ ਤਾਂ ਸਿੱਧਾ ਦਿਖਦਾ, ਬਦਲਾਂ ਪਿੱਛੇ ਜਿਹੜੀ ਹੁੰਦੀ ਉਹ ਉਮੀਦ ਦੀ ਕਿਰਨ ਹੁੰਦੀ, ਉਹ ਨਹੀਂ ਦਿਖਦੀ ਜੀ ਉਹਨਾਂ ਨੂੰ। ਕਿਉਂਕਿ ਮੈਨੂੰ ਨਾ ਇਦਾਂ ਦੀ ਜਿਹੜੀ ਸੁਸਾਇਟੀ ਹੈ ਨਾ, ਨੈਗੇਟਿਵ ਸੁਸਾਇਟੀ ਹੈ ਜੀ, ਇਹ ਇਕੱਲੇ ਆਪਣੇ ਇੰਡੀਆ 'ਚ ਹੀ ਪਾਈ ਜਾਂਦੀ ਹੈ। ਮੈਨੂੰ ਉਹਨਾਂ ਨਾਲ ਮੈਨੂੰ ਸਾਈਕਲ ਯੂਨਾਈਟਿਡ ਸਾਈਕਲ ਪਾਰਟ ਵਾਲੇ ਜਿਹੜੇ ਹੈਗੇ ਆ ਉਹ ਨੈਗੇਟਿਵ ਸੁਸਾਇਟੀ ਹੈ। ਨਹੀਂ, ਨਾਟ ਐਜ਼ ਅ ਹੋਲ, ਨਾਟ ਐਜ਼ ਅ ਹੋਲ। ਦੇਖੋ ਜਿਹਨਾਂ ਨੇ ਐਲੀਗੇਸ਼ਨ ਲਾਣੇ ਆ ਨਾ ਉਹ ਥੋੜ੍ਹੇ ਹੁੰਦੇ ਆ ਜੀ। ਮੇਰੇ ਕੋਲ ਤਕਰੀਬਨ 700-750 ਮੈਸੇਜ ਆਇਆ ਹੋਇਆ ਵਾ ਜੀ ਮੈਂਬਰਸ ਦਾ, ਜੀ, ਜਿਨ੍ਹਾਂ ਨੇ ਮੈਨੂੰ ਵਰਡ ਯੂਜ਼ ਕੀਤੇ ਹੈਗੇ ਆ ਕਿ ਇਹ ਤੋਂ ਬੈਟਰ ਇਲੈਕਸ਼ਨ ਅਸੀਂ ਆਪਣੀ ਲਾਈਫ 'ਚ ਨਹੀਂ ਦੇਖੀ। ਕਈਆਂ ਨੇ ਯੂਜ਼ ਕੀਤੇ ਹੈਗੇ ਜੀ ਐਕਸਟਰਾਆਰਡਨਰੀ। ਇੱਕ ਬੰਦੇ ਨੇ ਇੱਥੇ ਤੱਕ ਲਿਖਿਆ ਹੋਇਆ ਵਾ ਕਿ ਸਰ ਇੱਦਾਂ ਜਿਹੜੀ ਇਲੈਕਸ਼ਨ ਜਿੰਨੀ ਤੁਸੀਂ ਨੀਟ ਐਂਡ ਕਲੀਨ ਇਲੈਕਸ਼ਨ ਕਰਾਈ ਹੈਗੀ ਹੈ, ਜਿੰਨੀ ਟਰਾਂਸਪੇਰੈਂਟ ਇਲੈਕਸ਼ਨ ਕਰਾਈ ਹੈਗੀ ਹੈ, ਕਹਿੰਦੇ ਇੰਨੀ ਟਰਾਂਸਪੇਰੈਂਟ ਇਲੈਕਸ਼ਨ ਹੈ ਜ਼ਿੰਦਗੀ ਨਹੀਂ ਦੇਖੀ ਹੈਗੀ। ਇਹ ਚੀਜ਼ਾਂ ਜਦੋਂ ਆਉਂਦੀਆਂ ਨੇ ਨਾ, ਦੇਖੋ ਤੁਸੀਂ ਸੁਸਾਇਟੀ ਦੇ ਵਿੱਚ ਅਗਰ 20 10 15 8 ਹਾਰੇ 6 ਹਾਰੇ 8, ਅਗਰ 8 ਬੰਦੇ ਸਾਡੇ 'ਤੇ ਐਲੀਗੇਸ਼ਨ ਲਗਾ ਰਹੇ ਆ ਜਾਂ 10 ਬੰਦੇ ਲਾ ਰਹੇ ਆ, 15 ਬੰਦੇ ਲਾ ਰਹੇ ਹੈਗੇ ਆ, ਤਾਂ ਮੈਂ ਤਾਂ ਇਸ ਗੱਲ ਦਾ ਸ਼ੁਕਰਗੁਜ਼ਾਰ ਹਾਂ ਕਿ 1668 ਦੇ ਵਿੱਚੋਂ 1361 ਵੋਟਾਂ ਪਈਆਂ ਨੇ। 1361 ਦੇ ਵਿੱਚੋਂ 15 ਬੰਦੇ ਕੱਢ ਦਿਓ ਅਤੇ 1346 ਬੰਦੇ ਸਾਨੂੰ ਐਪਰੀਸ਼ੀਏਟ ਕਰ ਰਹੇ ਆ। ਮੈਨੂੰ 15 ਨਾਲ ਮਤਲਬ ਨਹੀਂ ਗਾ, ਮੈਨੂੰ 1346 ਨਾਲ ਮਤਲਬ ਹੈ। 1346 ਬੰਦੇ ਜਿਹੜਾ ਐਪਰੀਸ਼ੀਏਟ ਕੀਤਾ ਸਾਨੂੰ, ਜਿਹੜੇ ਸਾਡੇ ਪੋਲਿੰਗ ਸਿਸਟਮ ਨੂੰ ਐਪਰੀਸ਼ੀਏਟ ਕੀਤਾ, ਜਿਹੜਾ ਸਾਡਾ ਵੋਟਿੰਗ ਸਿਸਟਮ ਨੂੰ ਐਪਰੀਸ਼ੀਏਟ ਕੀਤਾ, ਜਿਹੜਾ ਉਹਨਾਂ ਨੇ ਟਰਾਂਸਪੇਰੈਂਸੀ ਨੂੰ ਐਪਰੀਸ਼ੀਏਟ ਕੀਤਾ ਹੈਗਾ। ਦੇਖੋ ਉਹ ਗੱਲ ਦੇ ਉੱਤੇ ਮੈਂ ਮੇਰਾ ਸਜਦਾ ਕਰਦਾ, ਝੁਕਦਾ ਮੇਰਾ ਸਿਰ ਉਹਨਾਂ ਅੱਗੇ। ਆਈ ਰਿਸਪੈਕਟ ਦੈਮ, ਆਈ ਬੋਥ ਬਿਫੋਰ ਦੈਮ। ਇੱਕ ਆਖਰੀ ਕੁਐਸਚਨ, ਅੱਜ ਤੁਸੀਂ ਜਦੋਂ ਫਾਈਨਲੀ ਚਾਰਜ ਦੇਣ ਆਏ, ਚਲੋ ਹਾਰ ਜਿੱਤ ਤਾਂ ਇਹ ਉਹ ਕਹਿੰਦੇ ਰੱਬ ਦੇ ਹੱਥ ਹੈ ਜੀ, ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ। ਤੁਸੀਂ ਵੀ ਕੋਸ਼ਿਸ਼ ਕੀਤੀ, ਮੀਡੀਆ ਨੇ ਵੀ ਕੋਸ਼ਿਸ਼ ਕਰ ਲਈ, ਸਾਰਾ ਕੁਝ ਕਰਨ ਦੇ ਬਾਵਜੂਦ ਹੁਣ ਬੰਦਾ ਪਰਛਾਵੇਂ ਤੋਂ ਵੀ ਡਰੀ ਜਾਵੇ ਤਾਂ ਉਹਨੂੰ ਤੁਸੀਂ ਨਹੀਂ ਕੁਝ ਕਰ ਸਕਦੇ। ਹੁਣ ਅੱਜ ਜਦੋਂ ਤੁਸੀਂ ਫਾਈਨਲੀ ਚਾਰਜ ਦੇਣ ਆਏ ਔਰ ਹਜੇ ਵੀ ਤੁਹਾਨੂੰ ਲੱਗਿਆ ਇੱਥੇ ਗੁੱਟਬਾਜੀ ਜਾਂ ਉਹ ਆਪਸ 'ਚ ਇਕੱਠੇ ਨਹੀਂ ਹੋ ਰਹੇ, ਸੋ ਕਿੱਦਾਂ ਮਹਿਸੂਸ ਹੋਇਆ ਇੱਕ ਪ੍ਰੈਜ਼ਾਈਡਿੰਗ ਆਫਿਸਰ ਨੂੰ ਜਿਹਨੇ ਆਪਣੀ ਪੂਰੀ ਜੀ ਜਾਨ ਲਾ ਕੇ ਇਲੈਕਸ਼ਨ ਕਰਾ ਦਿੱਤੇ, ਉਸ ਤੋਂ ਬਾਅਦ ਐਲੀਗੇਸ਼ਨ ਤਾਂ ਲੱਗਣੇ ਇੱਕ ਪਾਸੇ, ਮਤਲਬ ਇਕੱਠੇ ਰਹਿ ਕੇ ਟੀਮ ਜਿਹੜੀ ਹੈਗੀ ਹੈ ਉਹ ਆਪਣਾ ਸਰਟੀਫਿਕੇਟ ਜਾਂ ਚਾਰਜ ਵੀ ਨਹੀਂ ਲੈ ਪਾਈ। ਦੇਖੋ ਮੈਂ ਨਾ ਹਮੇਸ਼ਾ ਇੱਕ ਬੇਨਤੀ ਕਰਦਾ ਹੁੰਦਾ, ਇੰਸਟੀਟਿਊਸ਼ਨ ਦੇ ਵਿੱਚ ਜਿਹੜੀ ਇਲੈਕਟਿਡ ਬੋਡੀ ਹੁੰਦੀ ਹੈ ਨਾ, ਜਦੋਂ ਬੰਦਾ ਇਲੈਕਟ ਹੋ ਗਿਆ, ਜਿੱਤ ਗਿਆ, ਉਹਦੇ ਵਾਸਤੇ ਕਿਸੇ ਵੋਟਰ ਹੈ ਕਿ ਨਹੀਂ ਹੈਗਾ, ਉਹ ਸਾਰੇ ਬਰਾਬਰ ਹੋ ਜਾਂਦੇ ਆ। ਕੋਈ ਹਾਰ ਗਿਆ ਉਹ ਵੀ ਬਰਾਬਰ ਹੈ, ਕੋਈ ਜਿੱਤ ਗਿਆ ਉਹ ਵੀ ਬਰਾਬਰ ਹੈਗਾ। ਅਸੀਂ ਬਣੇ ਹੈਗੇ ਆਫਿਸਰ, ਬਣੇ ਇੱਕ ਇੰਸਟੀਟਿਊਸ਼ਨ ਦੇ, ਉਹ ਇੰਸਟੀਟਿਊਸ਼ਨ ਨੂੰ ਅਸੀਂ ਜਿਹੜੀ ਕਹਿੰਦੇ ਆ ਏਸ਼ੀਆ ਦੀ ਸਭ ਤੋਂ ਲਾਰਜੈਸਟ ਇੰਸਟੀਟਿਊਸ਼ਨ ਹੈਗੀ ਆ, ਉਹਦੇ ਇੱਕ ਨਾਮ ਹੈ, ਉਹਨੂੰ ਅੱਗੇ ਲਿਜਾਣ ਵਾਸਤੇ ਅਗਰ ਅਸੀਂ ਆਪਸ ਦੇ ਵਿੱਚ ਲੜਾਂਗੇ, ਅਗਰ ਅਸੀਂ ਆਪਸ ਵਿੱਚ ਆਪਣੀ ਈਗੋ ਰੱਖਾਂਗੇ, ਤਾਂ ਇੰਸਟੀਟਿਊਸ਼ਨ ਅੱਗੇ ਨਹੀਂ ਵਧਣੀ ਹੈਗੀ। ਅੱਜ ਦੀ ਡੇਟ ਦੇ ਵਿੱਚ ਅਗਰ ਕਿਹਾ ਜਾਂਦਾ ਹੈ ਕਿ ਗੌਰਮੈਂਟ ਜਿਹੜੀ ਫੰਡਸ ਰੱਖਦੀ ਹੈਗੀ ਹੈ, ਗੌਰਮੈਂਟ ਦੀ ਇੰਸਟੀਟਿਊਸ਼ਨ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਾਂ ਇਸ ਇੰਡਸਟਰੀ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ, ਤਾਂ ਮੈਂ ਤੁਹਾਨੂੰ ਗਰੰਟੀ ਕਰ ਦਿੰਦਾ, ਅਗਰ ਇਹਨਾਂ ਦੀ ਇਨਫਾਈਟਿੰਗ ਰਹੀ ਤਾਂ 2-4 ਸਾਲ ਬਾਅਦ ਤੁਸੀਂ ਕਹੋਗੇ ਕਿ ਇੰਸਟੀਟਿਊਸ਼ਨ ਨੂੰ ਗੌਰਮੈਂਟ ਪੁੱਛਦੀ ਵੀ ਨਹੀਂ ਗੀ। ਮਤਲਬ ਤੁਸੀਂ 2-4 ਸਾਲ ਦੀ ਗਰੰਟੀ ਲੈਂਦੇ ਹੋ ਕਿ ਇਸ ਕਰਕੇ ਲੈ ਲਈਦੀ ਹੈ ਕਿ ਗੌਰਮੈਂਟ ਜਿਹੜੀ ਹੈਗੀਆਂ ਨੇ ਉਹ ਕਈ ਵਾਰ ਚੈੱਕ ਕਰਦੀਆਂ ਰਹਿੰਦੀਆਂ ਨੇ ਕਿ ਸ਼ਾਇਦ ਇਕੱਠੇ ਹੋ ਜਾਣ, ਸ਼ਾਇਦ ਇਕੱਠੇ ਹੋ ਜਾਣ। ਸ਼ਾਇਦ 'ਚ 2-4 ਸਾਲ ਲੱਗਣਗੇ, ਨਹੀਂ ਤਾਂ ਹਰਕਤਾਂ ਨਹੀਂ ਹੈਗੀਆਂ। ਜੇ ਇੱਦਾਂ ਦੀਆਂ ਹਰਕਤਾਂ ਰਹੀਆਂ ਤਾਂ ਮੇਰੇ ਹਿਸਾਬ ਨਾਲ ਇੰਡਸਟਰੀ ਜਿਹੜੀ ਹੈਗੀ ਹੈ, ਇਹਨਾਂ ਦੀ ਐਸੋਸੀਏਸ਼ਨ ਜਾਂ ਤਾਂ ਡਾਇਲਿਊਟ ਹੋ ਜੂਗੀ ਜੀ, ਜਾਂ ਜਿਹੜੀ ਜਿੰਨੀ ਰਿਸਪੈਕਟ ਰਿਗਾਰਡ ਹੈਗਾ ਬਣਿਆ ਹੋਇਆ ਅੱਜ ਥਰੂ ਆਊਟ ਵਰਲਡ ਬਣਿਆ, ਕੋਈ ਚਾਈਨਾ ਦੇ ਵਿੱਚ ਬਣਿਆ ਹੋਇਆ, ਯੂਰਪੀਅਨ ਕੰਟਰੀਜ਼ ਬਣਿਆ ਹੋਇਆ, ਜੋ ਮੈਨੂੰ ਪਤਾ ਲੱਗਿਆ ਏਸ਼ੀਅਨ ਕੰਟਰੀਜ਼ ਹੈ ਹੀ ਹੈ, ਉਹਦਾ ਰਿਗਾਰਡ ਆ, ਰਿਸਪੈਕਟ ਆ, ਉਹ ਫਿਰ ਡਾਇਲਿਊਟ ਹੋ ਜੂਗੀ। ਫਿਰ ਆਉਣ ਵਾਲੇ ਪ੍ਰਧਾਨ ਸਾਹਿਬ ਜਿਹੜੇ ਬਣਨਗੇ, ਉਹਨਾਂ ਨੂੰ ਇਹ ਹਾਲ ਹੋਊਗਾ ਕਿ ਲੁਧਿਆਣੇ 'ਚ ਵੀ ਇੱਕ ਦੂਜੇ ਨੂੰ ਕੋਈ ਇੰਡਸਟਰੀਜ਼ ਪੁੱਛੂ ਨਹੀਂ ਕਰੂਗਾ। ਬਕਾਇਦਾ ਗੌਰਮੈਂਟ ਨੇ ਤਾਂ ਕੀ ਪੁੱਛਣਾ, ਆਊਟ ਆਫ ਇੰਡੀਆ ਕੰਟਰੀਜ਼ ਨੇ ਕੀ ਪੁੱਛਣਾ, ਲੋਕਾਂ ਨੂੰ ਪੁੱਛਣਾ ਬੰਦ ਕਰਦਾ, ਡਿਸਪਲਿਨ ਟੁੱਟ ਜੂਗਾ, ਖਤਮ ਹੋ ਜੂਗਾ। ਫਾਈਨਲੀ ਤੁਸੀਂ ਲੋਕਾਂ ਨੂੰ, ਲੁਧਿਆਣੇ ਸ਼ਹਿਰ ਨੂੰ, ਜਾਂ ਕੋਈ ਵੀ ਜਿਹੜੇ ਇਲੈਕਸ਼ਨ ਕਰਾ ਰਹੇ ਹੈ, ਲੜ ਰਹੇ ਹੈ, ਚਾਹੇ ਕਰਵਾ ਰਹੇ ਹੈ, ਆਬਜ਼ਰਵਰ ਹੈ, ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੋਗੇ? ਹੁਣ ਤੁਹਾਡੇ ਕੋਲ ਦੋਨੋਂ ਹੱਥਾਂ 'ਚ ਲੱਡੂ ਹੈ, ਦੋਨੋਂ ਤਰ੍ਹਾਂ ਦਾ ਐਕਸਪੀਰੀਅੰਸ ਹੈ। ਲੱਡੂ ਨਹੀਂ ਹੈ ਜੀ, ਐਕਸਪੀਰੀਅੰਸ ਹੈਗਾ, ਟੂ ਵੈਰੀਫਾਈ। ਲੱਡੂ ਦਾ ਅਸੀਂ ਉਹ ਐਕਸਪੀਰੀਅੰਸ ਲੱਡੂ ਤੋਂ ਘੱਟ ਨਹੀਂ ਹੁੰਦਾ ਜੀ। ਅਸੀਂ ਤਾਂ ਦੇਖੋ ਇਲੈਕਸ਼ਨ ਦੇ ਵਿੱਚ 1 ਰੁਪਈਆ ਵੀ ਨਹੀਂ ਲਿਆ ਹੈਗਾ। ਅਸੀਂ ਤਾਂ ਜਿੰਨੀ ਸਾਡੀ ਇਲੈਕਸ਼ਨ ਟੀਮ ਹੈ, ਉਹਨਾਂ ਨੇ ਤਾਂ ਇੱਕ ਸੋਸ਼ਲ ਵਰਕ ਦੇ ਤੌਰ 'ਤੇ ਲਿਆ ਹੈਗਾ, ਕਿਉਂਕਿ ਸਾਡੇ 'ਚੋਂ ਕਿਸੇ ਦਾ ਇੰਟਰਸਟ ਨਹੀਂ ਸੀ ਕੌਣ ਜਿੱਤੇ ਕੌਣ ਹਾਰੇ। ਮੇਰਾ ਕੋਈ ਇੰਟਰਸਟ ਨਹੀਂ ਹੈਗਾ, ਨਾ ਮੇਰੀ ਟੀਮ ਦਾ ਇੰਟਰਸਟ ਸੀਗਾ ਕਿ ਕੌਣ ਜਿੱਤਦਾ ਕੌਣ ਹਾਰਦਾ। ਔਰ ਮੈਂ ਕੁਲਾਰ ਸਾਹਿਬ ਤੁਸੀਂ ਦੇਖਿਆ ਹੋਣਾ, ਆਮ ਤੌਰ 'ਤੇ ਸਟੇਜ 'ਤੇ ਬਿਠਾਈ ਰੱਖੇ ਹੈਗੇ, ਕਿਉਂਕਿ ਇਹਨਾਂ ਦੇ ਐਲੀਗੇਸ਼ਨ ਲਾਉਂਦੇ ਸੀ ਕਿ ਸ਼ਾਇਦ ਇਹ ਹੈਲਪ ਕਰਦੇ, ਜਦ ਕਿ ਮੈਨੂੰ ਪਤਾ ਇਹਨੇ ਕਿਸੇ ਦੀ ਹੈਲਪ ਨਹੀਂ ਕੀਤੀ ਅੰਦਰ। ਆਈ ਨੋ ਇਟ ਵੈਰੀ ਵੈਲ, ਨਾ ਮਿਸਟਰ ਬੈਨੀਪਾਲ ਨੇ ਕੀਤੀ ਹੈ, ਨਾ ਮਿਸਟਰ ਕੁਲਾਰ ਨੇ ਕੀਤੀ ਹੈ। ਇਹ ਗਲਤ ਐਲੀਗੇਸ਼ਨ ਲਗਾਉਂਦੇ ਰਹੇ ਹੈਗੇ ਆ। ਔਰ ਮੋਰ ਔਰ ਲੈਸ ਸਿਕਿਉਰਿਟੀ ਸਿਸਟਮ ਉੱਥੇ 2 ACP, 1 SP, ADCP ਹਾਜ਼ਰ ਰਹੇ ਹੈਗੇ ਆ, ਸਿਕਿਉਰਿਟੀ ਪਰਸਨ ਹਾਜ਼ਰ ਰਹੇ ਹੋ, ਤੁਸੀਂ ਹਾਜ਼ਰ ਰਹੇ ਹੋ।
ਮੈਂ ਹਰ ਇੱਕ ਨੂੰ ਇੱਕ ਬੇਨਤੀ ਕਰਦਾ, ਇਲੈਕਸ਼ਨ ਜਦੋਂ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵਿੱਚ ਜੱਫੀ ਪਾ ਕੇ ਪਿਆਰ ਨਾਲ ਅੱਗੇ ਪਾ ਲਓ। ਜੇ ਤੁਸੀਂ ਇਲੈਕਸ਼ਨ ਕਰਵਾ ਰਹੇ ਹੋ ਤਾਂ ਇਹ ਸੋਚ ਕੇ ਚੱਲੋ ਕਿ ਅਗਰ ਤੁਹਾਡੇ ਤੇ ਕੋਈ ਐਲੀਗੇਸ਼ਨ ਲੱਗਦਾ ਹੈਗਾ ਤਾਂ ਉਹਨੂੰ ਆਪਾਂ ਨੈਗੇਟਿਵਲੀ ਨਹੀਂ ਲੈਣਾ ਹੈਗਾ, ਰਾਦਰ ਨੂੰ ਪੋਜ਼ਿਟਿਵਲੀ ਲੈ ਲਈਏ ਕਿ ਭਾਈ ਜਿਹੜਾ ਐਲੀਗੇਸ਼ਨ ਲਾਉਣ ਵਾਲੀ ਇੱਕ ਫਰਸਟ੍ਰੇਸ਼ਨ ਹੈਗੀ ਹੈ। ਤੁਸੀਂ ਦੇਖੋ ਜਿਹੜਾ ਜਿੱਤਦਾ ਉਹ ਕਦੇ ਐਲੀਗੇਸ਼ਨ ਲਗਾਉਂਦਾ, ਹਾਰਨ ਵਾਲਾ ਇਲੈਕਸ਼ਨ ਐਲੀਗੇਸ਼ਨ ਲਗਾਉਂਦਾ। ਲਾਈਫ ਦੇ ਵਿੱਚ ਕੋਈ ਜਿੱਤਣ ਵਾਲੇ ਨੂੰ ਤਾਂ ਐਲੀਗੇਸ਼ਨ ਲਗਾਉਣੇ ਚਾਹੀਦੇ ਆ। ਇਹਦੇ 'ਚ ਬੜੀ ਕਮਾਲ ਦੀ ਗੱਲ ਹੈ, UCPMA ਦੀ ਇਲੈਕਸ਼ਨ ਦੇ ਵਿੱਚ ਅਗਰ ਅਸੀਂ ਕਿਸੇ ਨੂੰ ਜਿਤਾਉਣਾ ਹੁੰਦਾ ਜਾਂ ਅਸੀਂ ਬੋਗਸ ਵੋਟਿੰਗ ਪਾਉਂਦੇ ਤਾਂ ਫਿਰ ਉਹ ਪੂਰੀ ਟੀਮ ਹੀ ਜਿੱਤ ਜਾਂਦੀ, ਨਾ ਕਿ ਇਹ ਨਾ ਹੁੰਦਾ ਕਿ 2 ਇੱਧਰੋਂ ਜਿੱਤ ਗਏ 2 ਉੱਧਰੋਂ ਜਿੱਤ ਗਏ ਜਾਂ 2 ਇੱਧਰੋਂ 4 ਇੱਧਰੋਂ ਹਾਰ ਗਏ 4 ਉੱਧਰੋਂ ਹਾਰ ਜਿੱਤ ਗਏ। ਇਹ ਚੀਜ਼ ਨਹੀਂ ਸੀ ਹੋਣੀ। ਫਿਰ ਇੱਕ ਟੀਮ ਪੂਰੀ ਬਣਨੀ ਸੀਗੀ। ਉਹ ਟੀਮ ਚਾਹੇ ਭੋਗਲ ਸਾਹਿਬ ਦੀ ਹੁੰਦੀ ਚਾਹੇ ਮਿਸਟਰ ਚਾਵਲਾ ਦੀ ਹੁੰਦੀ, ਉਹ ਟੀਮ ਪੂਰੀ ਬਣਨੀ ਸੀਗੀ। ਜਦੋਂ ਇੱਕ ਫਿਰ ਡਿਫਰੈਂਸ ਦੇਖੋ ਤੁਸੀਂ, ਕਿਸੇ ਵੋਟ ਦੇ ਉੱਤੇ 34-44 ਦਾ ਡਿਫਰੈਂਸ ਹੈਗਾ ਵਾ ਅਤੇ ਕਿਸੇ ਵੋਟ ਦੇ 250-300 ਦਾ ਡਿਫਰੈਂਸ ਹੈਗਾ ਵਾ। ਇਟ ਮੀਨਸ ਕਿ ਇਹ ਇਲੈਕਸ਼ਨ ਦੇ ਉੱਤੇ ਫੇਥ ਸੀਗਾ ਲੋਕਾਂ ਨੂੰ, ਵੋਟਰ ਨੂੰ ਫੇਥ ਸੀਗਾ। ਵੋਟਰ ਨੇ ਆਪਣੀ ਮਨਮਰਜ਼ੀ ਨਾਲ ਵੋਟ ਪਾਈ ਹੈ, ਵੋਟਰ ਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਿਆ ਉਹਨੂੰ ਵੋਟ ਪਾਈ ਹੈ। ਨਹੀਂ ਤਾਂ ਅਸੀਂ ਲੈਫਟ ਹੈਂਡ ਸਾਈਡ 'ਤੇ ਪੂਰੇ ਭੋਗਲ ਸਾਹਿਬ ਦੀ ਟੀਮ ਰੱਖੀ ਸੀ, ਰਾਈਟ ਹੈਂਡ ਸਾਈਡ 'ਤੇ ਪੂਰੇ ਅਸੀਂ ਚਾਵਲਾ ਸਾਹਿਬ ਟੀਮ ਰੱਖੀ ਸੀਗੀ। ਲੋਕੀ ਚਾਹੁੰਦੇ ਲੈਫਟ ਰਾਈਟ ਸਾਰਾ ਮਾਰ ਕਰ ਦਿੰਦੇ। ਕਿਉਂ ਲੋਕਾਂ ਨੇ ਲੈਫਟ ਐਂਡ ਰਾਈਟ ਯੂਜ਼ ਕੀਤਾ ਹੈਗਾ ਜਾਂ ਕਿਉਂ ਰਾਈਟ ਐਂਡ ਲੈਫਟ ਯੂਜ਼ ਕੀਤਾ ਹੈਗਾ? ਦਿਸ ਇਜ਼ ਵੈਰੀ ਇੰਪੋਰਟੈਂਟ। ਇਟ ਮੀਨਸ ਕਿ ਜਿਹੜਾ ਵੋਟਰ ਆਇਆ ਹੈਗਾ ਵਾ ਉਹ ਪ੍ਰੀ ਡਿਟਰਮਿਨਡ ਮਾਈਂਡ ਨਾਲ ਆਇਆ ਹੈਗਾ, ਉਹਨੇ ਆਪਣੀ ਸੂਝ-ਬੂਝ ਨਾਲ ਵੋਟ ਪਾਈ। ਬਿਲਕੁਲ, ਉਹਨੂੰ ਪਤਾ ਸੀਗਾ ਕਿ ਇਸ ਵਾਰੀ ਇਲੈਕਸ਼ਨ ਇੰਪਾਰਸ਼ੀਅਲ ਹੋਣੀ ਹੈ। ਔਰ ਜਿਹੜਾ ਅੱਜ ਤੋਂ ਬਾਅਦ ਵੀ ਵੋਟ ਕਰਾਉਂਦਾ, ਵੋਟਿੰਗ ਕਰਾਉਂਦਾ, ਮੇਰੀ ਉਹ ਹੱਥ ਜੋੜ ਕੇ ਬੇਨਤੀ ਹੈ, ਕਦੀ ਕਿਸੇ ਦਾ ਧਿਰ ਨਾ ਬਣੋ, ਇੰਪਾਰਸ਼ੀਅਲ ਵੋਟਿੰਗ ਕਰਾਓ। ਔਰ ਇਸ ਗੱਲ ਤੋਂ ਨਾ ਡਰੋ ਕਿ ਤੁਹਾਡੇ 'ਤੇ ਐਲੀਗੇਸ਼ਨ ਲੱਗਣੀ ਹੈ। ਐਲੀਗੇਸ਼ਨ ਲਗਾਉਣਾ ਸਮਥਿੰਗ ਡਿਫਰੈਂਟ, ਪ੍ਰੂਵ ਕਰਨਾ ਡਿਫਰੈਂਟ ਹੁੰਦਾ। ਆਪਣੇ ਵੱਲੋਂ ਮੈਕਸਿਮਮ ਟਰਾਂਸਪੇਰੈਂਸੀ ਰੱਖੋ, ਟਰਾਂਸਪੇਰੈਂਸੀ ਤਾਂ ਕਿ ਲੋਕਾਂ ਦੇ ਪਤਾ ਲੱਗੇ ਟਰਾਂਸਪੇਰੈਂਸੀ ਹੈਗੀ ਹੈ। ਬਾਕੀ ਅਸੀਂ ਹੁਣ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਵੀ ਐਲੀਗੇਸ਼ਨ ਲੱਗ ਗਏ ਸੀਗੇ, ਗੁਰੂ ਗੋਬਿੰਦ ਸਿੰਘ ਦੇ ਵੀ ਐਲੀਗੇਸ਼ਨ ਲੱਗ ਗਏ ਸੀਗੇ। ਐਲੀਗੇਸ਼ਨ ਲਾਉਂਦਾ ਰਾਮਚੰਦਰ 'ਤੇ ਐਲੀਗੇਸ਼ਨ ਲੱਗ ਗਏ ਸੀਗੇ, ਸੀਤਾ ਮਈਆ ਦੇ ਐਲੀਗੇਸ਼ਨ ਲੱਗ ਗਏ ਸੀਗੇ। ਇਹ ਗੱਲਾਂ ਲਈ ਐਲੀਗੇਸ਼ਨ ਹੈ ਨਾ, ਇਹ ਲੱਦੇ ਰਹਿੰਦੇ। ਇਹ ਤਾਂ ਫਿਰ ਬੰਦੇ ਆ, ਇਹ ਤਾਂ ਹਿਊਮਨ ਆ। ਇਹ ਰੱਬ ਦੇ ਉੱਤੇ ਉਹਨਾਂ ਦੇ ਰੱਬ ਦੇ ਜਿਹੜੇ ਹੈਗੇ ਆ ਵਾਟ ਵੀ ਕਾਲ ਮੈਸੇਂਜਰਸ, ਅਗਰ ਉਹਨਾਂ ਦੇ ਐਲੀਗੇਸ਼ਨ ਲੱਗ ਸਕਦੇ ਵੀ ਆਰ ਹਿਊਮਨ। ਠੀਕ, ਥੈਂਕ ਯੂ ਸਰ। ਸੋ ਦੋਸਤੋ, ਇਹ ਸੀਗੇ ਪਰਉਪਕਾਰ ਸਿੰਘ ਘੁੰਮਣ ਜੀ, ਜਿਨ੍ਹਾਂ ਨੇ ਆਪਣਾ ਇੱਕ ਅਨੁਭਵ ਸਾਂਝਾ ਕੀਤਾ। ਉਹਨਾਂ ਨੇ ਦੱਸਿਆ ਕਿ ਇੱਕ ਜਦੋਂ ਐਜ਼ ਏ ਐਡਵੋਕੇਟ ਰਹਿ ਕੇ ਉਹਨਾਂ ਨੇ ਆਪਣੇ ਬਾਰ ਕਾਉਂਸਲਾਂ ਦੇ ਵੀ ਇਲੈਕਸ਼ਨ ਲੜੇ ਅਤੇ ਲੜਾਏ, ਅਤੇ ਅੱਜ ਜਦੋਂ ਇੰਡਸਟਰੀ ਦਾ ਇਲੈਕਸ਼ਨ ਲੜਾਇਆ ਤਾਂ ਕਿੱਦਾਂ ਦਾ ਐਕਸਪੀਰੀਅੰਸ ਰਿਹਾ। ਉਹਨਾਂ ਦੇ ਖੱਟੇ ਪੁੱਠੇ ਜਿਹੜੇ ਅਨੁਭਵ ਹੈਗੇ ਉਹ ਅਸੀਂ ਤੁਹਾਡੇ ਤੱਕ ਸਾਂਝੇ ਕੀਤੇ। ਸੋ ਇਹ ਸੀ ਸਾਡੀ ਅੱਜ ਦੀ ਰਿਪੋर्ट। ਦੇਖਦੇ ਰਹੋ, बने रहो जन हितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन ज़रूर दबाएं।